ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲਿਖਤ ਨੰਬਰ 15 ਵੈਰਾਗ ਦੀਆਂ ਨਦੀਆਂ। ਪਰਮ ਪੂਜਨੇ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਦੇ ਅਕਾਲ ਪੁਰਖ ਜੀ ਦੇ ਚਰਨਾਂ ਵਿੱਚ ਪਹੁੰਚ ਜਾਣ ਦੀ ਖਬਰ ਸਭ ਤੋਂ ਪਹਿਲਾਂ ETC ਪੰਜਾਬੀ ਚੈਨਲ ਤੋਂ 18 ਫਰਵਰੀ 2005 ਨੂੰ ਦਿਨ ਸ਼ੁੱਕਰਵਾਰ ਨੂੰ ਸਵੇਰੇ ਸਕਰੀਨ ਉੱਪਰ ਆਉਣ ਲੱਗ ਪਈ। ਰੋਜ਼ਾਨਾ ਦੇ ਕਥਾ ਪ੍ਰੇਮੀਆਂ ਨੂੰ ਪਹਿਲਾਂ ਤਾਂ ਯਕੀਨ ਨਾ ਆਇਆ, ਪਰ ਧਿਆਨ ਦੀ ਇਕਾਗਰਤਾ ਨਾਲ ਖਬਰ ਪੜ੍ਹਨ ਤੇ ਇਹ ਤੌਖਲਾ ਹਕੀਕਤ ਦਾ ਰੂਪ ਧਾਰਨ ਕਰ ਗਿਆ। ਸਾਰੇ ਸਿੱਖਾਂ ਅੰਦਰ ਇਹ ਖਬਰ ਜੰਗਲ ਦੀ ਅੱਗ ਵਾਂਗ ਫੈਲ ਗਈ। ਪ੍ਰੇਮੀ ਹਿਰਦੇ ਵਿਆਕਲ ਹੋ ਉੱਠੇ। ਅਲਵਰ ਰਾਜਸਥਾਨ ਮਸਕੀਨ ਜੀ ਦੇ ਨਿਵਾਸ ਸਥਾਨ ਤੋਂ ਫੋਨਾਂ ਰਾਹੀਂ ਰੱਬੀ ਹੁਕਮ ਦੇ ਵਰਤਾਰੇ ਦੀ ਤਸਦੀਕ ਵੀ ਹੋ ਚੁੱਕੀ ਸੀ। ਮਸਕੀਨ ਜੀ ਪ੍ਰਤੀ ਗੁਰਸਿੱਖਾਂ ਦਾ ਜੋ ਪਿਆਰ, ਅਦਬ ਅਤੇ ਸਤਿਕਾਰ ਹੈ, ਉਸ ਨੂੰ ਸ਼ਬਦਾਂ ਨਾਲ ਬਿਆਨਣਾ ਅਸੰਭਵ ਹੈ। ਪਿਆਰ ਵਾਲੀਆਂ ਰੂਹਾਂ ਵੈਰਾਗ ਦੀਆਂ ਨਦੀਆਂ ਅੰਦਰ ਡੁੱਬ ਗਈਆਂ। ਗੁਰਸਿੱਖਾਂ ਨੇ ਲੰਬੇ ਅਰਸੇ ਬਾਅਦ ਕੌਮ ਅੰਦਰ ਭਾਈ ਵੀਰ ਸਿੰਘ ਜੀ ਤੋਂ ਮਗਰੋਂ ਐਸੀ ਸ਼ਖਸੀਅਤ ਦੇ ਦਰਸ਼ਨ ਕੀਤੇ ਸਨ, ਜਿਨ੍ਹਾਂ ਦੀ ਜ਼ਮੀਰ ਰੋਸ਼ਨ ਸੀ, ਕਦਮਾਂ ਵਿੱਚ ਕ੍ਰਾਂਤੀ, ਬੋਲਾਂ 'ਚ ਮਿਠਾਸ ਤੇ ਹਲੀਮੀ, ਹਿਰਦੇ ਅੰਦਰ ਸਤਿਗੁਰੂ ਜੀ ਦਾ ਅਥਾਹ ਸਤਿਕਾਰ ਤੇ ਵਿਸ਼ਵਾਸ, ਨਿਰਵੈਰਤਾ ਤੇ ਨਿਰਭੈਤਾ ਵਾਲੀ ਅਵਸਥਾ, ਪਰਉਪਕਾਰ ਦਾ ਸਦਾ ਉਮਾਹ। ਬੇਸ਼ੱਕ ਪੰਥ ਅੰਦਰ ਕਦੇ ਵੀ ਗੁਰੂ ਪਿਆਰਿਆਂ ਦੀ ਅਣਹੋਂਦ ਨਹੀਂ ਹੋਈ ਅਤੇ ਨਾ ਹੀ ਹੋਵੇਗੀ। ਗੁਪਤ ਰੂਪ 'ਚ ਜੀਵਨ ਯਾਤਰਾ ਸਕਾਰਥੀ ਕਰਦੇ ਅਨੇਕਾਂ ਗੁਰੂ ਜੀ ਦੇ ਪਿਆਰੇ ਗੁਰਸਿੱਖ ਹਨ, ਗੁਰੂ ਕੇ ਲਾਲ ਹਨ, ਪਰ ਆਪ ਰਸਨਾ ਤੋਂ ਬੋਲ ਕੇ ਅਤੇ ਆਪ ਗੁਰਮਤਿ ਨੂੰ ਜੀਵਨ ਅੰਦਰ ਧਾਰ ਕੇ ਭਰਮ ਦੇ ਛੋੜ ਕੱਟਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਹੇਠ ਵਾਹਿਗੁਰੂ ਜੀ ਨਾਲ ਜੁੜਨ ਜੋੜਨ ਵਾਲੇ ਭਾਵੇਂ ਦੁਰਲੱਭ ਨਹੀਂ, ਪਰ ਲੱਭਦੇ ਔਖੇ ਜ਼ਰੂਰ ਹਨ। ਅਨਮਤੀਆਂ ਦੇ ਸ਼ੰਕਿਆਂ ਨੂੰ ਗੁਰ ਸ਼ਬਦ ਦੀ ਰੋਸ਼ਨੀ ਅਤੇ ਗੁਰ ਇਤਿਹਾਸ ਦੀ ਵਡੱਤਣ ਨਾਲ ਸਹਿਜੇ ਹੀ ਦੂਰ ਕਰਕੇ ਸ਼ੰਕਿਆਂ ਵਾਲੇ ਮਨੁੱਖਾਂ ਦੇ ਮਨਾਂ ਅੰਦਰ, ਹਿਰਦਿਆਂ ਵਿੱਚ ਸਤਿਗੁਰੂ ਜੀ ਪ੍ਰਤੀ ਸ਼ਰਧਾ ਭਾਵਨਾ ਨੂੰ ਬਣਾ ਦੇਣਾ ਇਹ ਮਸਕੀਨ ਜੀ ਦੀ ਕਮਾਲਤਾ ਸੀ। ਐਸਾ ਤਾਂ ਆਪ ਜੀ ਦੇ ਹਿੱਸੇ ਅੰਦਰ ਹੀ ਆਇਆ ਸੀ। ਧਰਮ ਰਾਹੀਂ ਮਾਨਵਵਾਦੀ ਨਜ਼ਰੀਆ ਪ੍ਰਗਟਾਉਣਾ, ਫਿਰ ਬੇਮੁਖਾਂ ਤੇ ਨਾਸਤਕ ਫਲਾਸਫਰਾਂ ਨੂੰ ਧਰਮ ਪ੍ਰਤੀ ਵਿਸ਼ਵਾਸੀ ਬਣਾਉਣਾ ਮਸਕੀਨ ਜੀ ਦੀ ਕਾਮਯਾਬੀ ਸੀ। ਉਦਾਹਰਨ ਵਜੋਂ ਇੱਕ ਸਰਬ ਧਰਮ ਸੰਮੇਲਨ ਸਮੇਂ ਮਸਕੀਨ ਜੀ ਦੀ ਵਿਚਾਰ ਚਰਚਾ ਐਸੇ ਨਾਸਤਕ ਮਨੁੱਖ ਨਾਲ ਹੋਈ, ਜਿਸ ਦੀ ਸੋਚਣੀ ਅੰਦਰ ਅਕਾਲ ਪੁਰਖ ਪਰਮਾਤਮਾ ਰੱਬ ਦਾ ਕੋਈ ਵਿਸ਼ਵਾਸ ਹੀ ਨਹੀਂ ਸੀ, ਧਰਮ ਪ੍ਰਤੀ ਤਾਂ ਕੋਈ ਸ਼ਰਧਾ ਹੀ ਨਹੀਂ ਸੀ। ਪਰ ਆਪ ਜੀ ਦੀਆਂ ਅਕੱਟ ਦਲੀਲਾਂ ਸਾਹਮਣੇ ਉਸ ਮਨੁੱਖ ਨੇ ਮੰਨਿਆ ਕਿ ਜਿਸ ਢੰਗ ਨਾਲ ਤੁਸੀਂ ਸਮਝਾਉਂਦੇ ਹੋ ਤਾਂ ਯਕੀਨ ਬਣਦਾ ਹੈ ਕਿ ਕੋਈ ਸ਼ਕਤੀ ਤਾਂ ਹੈ ਜੋ ਸਾਰੇ ਸਿਸਟਮ ਨੂੰ ਚਲਾ ਰਹੀ ਹੈ ਅਤੇ ਗਤੀਸ਼ੀਲ ਹੈ, ਜਿਸ ਕਰਕੇ ਇਹ ਸਾਰਾ ਕੁਦਰਤੀ ਸਿਲਸਿਲਾ ਕਰਮ ਕਰ ਰਿਹਾ ਹੈ। ਇਸ ਸਰਬ ਧਰਮ ਸੰਮੇਲਨ ਅੰਦਰ ਈਸਾਈਆਂ ਵੱਲੋਂ ਪਾਦਰੀ ਬੁਲਾਇਆ ਗਿਆ ਸੀ, ਜੈਨ ਮਤ ਤੇ ਬੁੱਧ ਮਤ ਦੇ ਮੁਖੀ ਪਹੁੰਚੇ ਸਨ, ਸਨਾਤਨ ਮਤ ਦੇ ਆਚਾਰੀਆ ਆਏ ਹੋਏ ਸਨ, ਇਸਲਾਮ ਮਤ ਵੱਲੋਂ ਮੌਲਵੀ ਪਧਾਰੇ ਅਤੇ ਸਿੱਖ ਧਰਮ ਵੱਲੋਂ ਗਿਆਨੀ ਸੰਤ ਸਿੰਘ ਜੀ ਮਸਕੀਨ ਸੱਦੇ ਗਏ ਸਨ। ਫਿਰ ਪ੍ਰਬੰਧਕਾਂ ਨੇ ਇੱਕ ਨਾਸਤਕ ਵੀ ਬੁਲਾਇਆ ਸੀ। ਸੰਮੇਲਨ ਆਰੰਭ ਹੋਇਆ। ਸਮਾਂ ਵੰਡ ਇਸ ਤਰ੍ਹਾਂ ਕੀਤੀ ਗਈ ਕਿ ਹਰ ਧਰਮ ਦੇ ਵਕਤੇ ਨੂੰ ਆਪਣੇ ਮਜ਼ਹਬ ਦੀ ਗੱਲ ਕਹਿਣ ਲਈ 20 ਮਿੰਟ ਟਾਈਮ ਮਿਲਣਾ ਹੈ। ਹਰ ਵਕਤੇ ਤੋਂ ਬਾਅਦ ਨਾਸਤਕ ਨੂੰ ਸਮਾਂ ਮਿਲਣਾ ਹੈ ਕਿ ਵਕਤਿਆਂ ਦੀਆਂ ਧਰਮ ਅਤੇ ਪਰਮਾਤਮਾ ਸੰਬੰਧੀ ਦਿੱਤੀਆਂ ਹੋਈਆਂ ਦਲੀਲਾਂ ਤੇ ਕਹੀਆਂ ਵਿਚਾਰਾਂ ਨੂੰ ਨਕਾਰਿਆ ਜਾ ਸਕੇ। ਫਿਰ ਐਸਾ ਹੀ ਹੋਇਆ। ਪਹਿਲਾਂ ਈਸਾਈ ਧਰਮ ਵੱਲੋਂ ਪਾਦਰੀ ਨੇ ਵਿਚਾਰ ਰੱਖੇ ਗੋਡ ਬਾਰੇ, ਫਿਰ ਮੌਲਵੀ ਬੋਲਿਆ ਖੁਦਾ ਬਾਰੇ। ਉਸ ਨਾਸਤਕ ਨੇ ਦੋਹਾਂ ਦੀਆਂ ਦਲੀਲਾਂ ਨੂੰ ਰੱਦ ਕਰ ਦਿੱਤਾ। ਤੀਜੇ ਨੰਬਰ ਤੇ ਫਿਰ ਵਾਰੀ ਆਈ ਮਸਕੀਨ ਜੀ ਦੇ ਬੋਲਣ ਦੀ। 20 ਮਿੰਟ ਮਸਕੀਨ ਜੀ ਬੋਲੇ ਤੇ ਨਾਸਤਕ ਪੁਰਸ਼ ਉੱਠਿਆ। ਉਸਨੇ ਮਸਕੀਨ ਜੀ ਨੂੰ ਕਿਹਾ ਕਿ ਮੈਂ ਤੁਹਾਡੇ ਤੇ ਕੁਝ ਬੋਲਣਾ ਨਹੀਂ, ਪਰ ਜੋ ਕੁਝ ਤੁਸਾਂ ਬੋਲਿਆ ਹੈ ਤੁਹਾਡੇ ਪਾਸੋਂ ਉਸ ਬਾਰੇ ਸਵਾਲ ਪੁੱਛਣੇ ਹਨ। ਮਸਕੀਨ ਜੀ ਨੇ ਕਿਹਾ ਕਿ ਪੁੱਛੋ। ਨਾਸਤਕ ਕਹਿਣ ਲੱਗਾ, ਜਿਸ ਰੱਬ ਬਾਰੇ ਤੁਸੀਂ 20 ਮਿੰਟ ਬੋਲੇ ਹੋ, ਉਸ ਨੂੰ ਕਦੇ ਵੇਖਿਆ ਹੈ?
ਆਪ ਜੀ ਨੇ ਕਿਹਾ, ਨਹੀਂ ਵੇਖਿਆ। ਨਾਸਤਕ ਨੇ ਕਿਹਾ, ਜਿਸ ਨੂੰ ਤੁਸਾਂ ਵੇਖਿਆ ਨਹੀਂ ਉਸ ਬਾਰੇ ਇੰਨਾ ਸਮਾਂ ਬੋਲਦੇ ਰਹੇ, ਲੋਕਾਂ ਦਾ ਸਮਾਂ ਖਰਾਬ ਕਰਦੇ ਪਏ ਹੋ। ਤੇ ਨਾਲ ਹੀ ਆਖ ਦਿੱਤਾ ਕਿ ਮੈਂ ਪਹਿਲੇ ਵਕਤਿਆਂ ਦੀਆਂ ਦਲੀਲਾਂ ਰੱਦ ਕਰ ਦਿੱਤੀਆਂ ਹਨ, ਤੁਹਾਡੀਆਂ ਵੀ ਰੱਦ ਕਰ ਦਿਆਂਗਾ। ਮਸਕੀਨ ਜੀ ਨੇ ਕਿਹਾ, ਜਿਸ ਨੂੰ ਵੇਖਿਆ ਨਾ ਹੋਵੇ ਤਾਂ ਇਹਦਾ ਇਹ ਮਤਲਬ ਤਾਂ ਨਹੀਂ ਕਿ ਉਸ ਦੀ ਕੋਈ ਹੋਂਦ ਹੀ ਨਹੀਂ ਹੈ। ਖੰਡ ਤਾਂ ਦਿਸਦੀ ਹੈ, ਪਰ ਖੰਡ ਵਿਚਲੀ ਮਿਠਾਸ ਤਾਂ ਦਿਸਦੀ ਨਹੀਂ। ਮਿਰਚਾਂ ਦਿਸਦੀਆਂ ਹਨ, ਪਰ ਮਿਰਚਾਂ ਵਿਚਲੀ ਕੁੜੱਤਣ ਤਾਂ ਦਿਸਦੀ ਨਹੀਂ। ਅੱਗੋਂ ਨਾਸਤਕ ਕਹਿਣ ਲੱਗਾ, ਖੰਡ ਜੇਕਰ ਮੂੰਹ ਵਿੱਚ ਪਾਈਏ ਤਾਂ ਝੱਟ ਮਿਠਾਸ ਦਾ ਸਵਾਦ ਆ ਜਾਂਦਾ ਹੈ। ਮਿਰਚਾਂ ਜੇਕਰ ਮੂੰਹ ਵਿੱਚ ਪਾਈਏ ਉਸੇ ਵਕਤ ਕੁੜੱਤਣ ਦਾ ਅਹਿਸਾਸ ਹੋ ਜਾਂਦਾ ਹੈ। ਪਰ ਵਾਹਿਗੁਰੂ ਵਾਹਿਗੁਰੂ ਕਰਦੇ ਰਹੀਏ ਤਾਂ ਕੁਝ ਵੀ ਪਤਾ ਨਹੀਂ ਚੱਲਦਾ ਕਿ ਵਾਹਿਗੁਰੂ ਹੈ ਵੀ ਕਿ ਨਹੀਂ। ਤਾਂ ਮਸਕੀਨ ਜੀ ਨੇ ਦਲੀਲ ਦਿੱਤੀ ਕਿ ਜੇਕਰ ਬੇਹੋਸ਼ ਮਨੁੱਖ ਦੇ ਮੂੰਹ ਵਿੱਚ ਖੰਡ ਦੀ ਮਿਠਾਸ ਕਿੱਥੋਂ ਆਵੇਗੀ? ਬੇਹੋਸ਼ ਮਨੁੱਖ ਨੂੰ ਕੁੜੱਤਣ ਦਾ ਅਹਿਸਾਸ ਕਿਵੇਂ ਹੋਵੇਗਾ? ਭਾਵੇਂ ਮੂੰਹ ਵਿੱਚ ਖੰਡ ਆ ਜਾਂ ਮਿਰਚਾਂ ਨੇ, ਬੇਹੋਸ਼ ਮਨੁੱਖ ਨੂੰ ਕਿਸੇ ਤਰ੍ਹਾਂ ਦਾ ਵੀ ਅਹਿਸਾਸ ਨਹੀਂ ਹੁੰਦਾ। ਨਾਸਤਕ ਆਖਣ ਲੱਗਾ ਕਿ ਮੈਂ ਤੁਹਾਨੂੰ ਬੇਹੋਸ਼ ਦਿਸਦਾ ਹਾਂ, ਤੁਹਾਡੀ ਮੈਂ ਇੱਕ ਵੀ ਚੱਲਣ ਨਹੀਂ ਦੇਣੀ। ਫਿਰ ਮਸਕੀਨ ਜੀ ਨੇ ਉਸ ਪਾਸੋਂ ਪੁੱਛਿਆ ਕਿ ਅੱਛਾ, ਤੁਸੀਂ ਮੈਨੂੰ ਆਪਣੇ ਪਿਤਾ ਜੀ ਦਾ ਨਾਮ ਦੱਸੋਗੇ? ਉਸ ਨਾਸਤਕ ਦੇ ਮੂੰਹੋਂ ਨਿਕਲਿਆ ਕਿ ਇਸ ਬਹਿਸ ਵਿੱਚ ਮੇਰੇ ਪਿਤਾ ਦੀ ਕੀ ਲੋੜ ਪੈ ਗਈ ਹੈ? ਮਸਕੀਨ ਜੀ ਕਹਿਣ ਲੱਗੇ ਕਿ ਲੋੜ ਪੈ ਗਈ ਹੈ, ਕਿਰਪਾ ਕਰਕੇ ਆਪਣੇ ਪਿਤਾ ਜੀ ਦਾ ਨਾਮ ਦੱਸੋ। ਉਸਦੇ ਪਿਤਾ ਦਾ ਨਾਮ ਦਲੀਪ ਸਾਲੂਕੇ ਸੀ। ਨਾਸਤਕ ਪੁਰਸ਼ ਨੇ ਦੱਸਿਆ ਕਿ ਮੇਰੇ ਪਿਤਾ ਜੀ ਦਾ ਨਾਮ ਦਲੀਪ ਸਾਲੂਕੇ ਹੈ। ਮਸਕੀਨ ਜੀ ਨੇ ਕਿਹਾ ਕਿ ਜੇਕਰ ਮੈਂ ਸ਼ੱਕ ਕਰਾਂ ਕਿ ਦਲੀਪ ਸਾਲੂਕੇ ਤੇਰਾ ਪਿਤਾ ਨਹੀਂ, ਤੁਸੀਂ ਸਿੱਧ ਕਰਕੇ ਦੱਸੋ। ਔਰ ਇਸੇ ਸਮੇਂ ਸਟੇਜ ਤੇ ਇਹ ਸੁਣਦਿਆਂ ਹੀ ਉਹ ਇੱਕਦਮ ਆਪੇ ਤੋਂ ਬਾਹਰ ਹੋ ਗਿਆ ਤੇ ਕਾਹਲੀ ਨਾਲ ਬੋਲਿਆ ਕਿ ਇੱਕ ਧਾਰਮਿਕ ਵਿਅਕਤੀ ਦੇ ਮੂੰਹੋਂ ਇਹੋ ਜਿਹੀ ਗੱਲ ਸ਼ੋਭਾ ਨਹੀਂ ਦਿੰਦੀ। ਤੁਸੀਂ ਤਹਿਜ਼ੀਬ ਤੋਂ ਬਾਹਰ ਹੋ ਗਏ ਹੋ, ਮੇਰੇ ਪਿਤਾ ਤੇ ਸ਼ੱਕ ਕਰਦੇ ਹੋ। ਮਸਕੀਨ ਜੀ ਨੇ ਅੱਗੋਂ ਬਾਅਦ ਦਲੀਲ ਉੱਤਰ ਦਿੱਤਾ ਕਿ ਮੈਂ ਤਾਂ ਤੇਰੇ ਪਿਓ ਤੇ ਸ਼ੱਕ ਕੀਤਾ ਹੈ, ਪਰ ਤੁਸਾਂ ਤੇ ਜਗਤ ਪਿਤਾ ਤੇ ਸ਼ੱਕ ਕੀਤਾ ਹੈ, ਜਿਸ ਨੇ ਤੇਰੇ ਪਿਤਾ ਵਰਗੇ ਸੰਸਾਰ ਅੰਦਰ ਅਨੰਤ ਬੰਦੇ ਪੈਦਾ ਕਰਕੇ ਭੇਜੇ ਹਨ। ਇੱਥੇ ਸਰੋਤਿਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜਦੋਂ ਦੀ ਇਹ ਨਾਸਤਕ ਨਾਲ ਬਹਿਸ ਹੋਈ ਸੀ, ਉਦੋਂ DNA ਟੈਸਟ ਨਹੀਂ ਸੀ ਸ਼ੁਰੂ ਹੋਏ, ਇਹ ਬਾਅਦ ਵਿੱਚ ਖੋਜ ਹੋਈ ਹੈ। ਮਸਕੀਨ ਜੀ ਨੇ ਕਿਹਾ, ਜਿਵੇਂ ਮਾਂ ਦੇ ਬਚਨਾਂ ਤੇ ਭਰੋਸਾ ਕਰਕੇ ਪਿਓ ਨੂੰ ਪਿਓ ਮੰਨੀਦਾ ਹੈ, ਇਵੇਂ ਹੀ ਗੁਰੂ ਮਾਂ ਤੇ ਭਰੋਸਾ ਕਰਕੇ ਪਰਮਾਤਮਾ ਨੂੰ ਪਰਮਾਤਮਾ ਮੰਨੀਦਾ ਹੈ, ਰੱਬ ਨੂੰ ਰੱਬ ਮੰਨੀਦਾ ਹੈ। ਮਸਕੀਨ ਜੀ ਪਾਸੋਂ ਇਹ ਬਚਨ ਸੁਣਦਿਆਂ ਹੀ ਉੱਥੇ ਧਾਰਮਿਕ ਵਕਤੇ ਜੋ ਉਸ ਸਮੇਂ ਸਿਰ ਨੀਵਾਂ ਕਰਕੇ ਬੈਠੇ ਸਨ, ਇੱਕਦਮ ਖੇੜੇ ਤੇ ਹੁਲਾਸ ਵਿੱਚ ਆ ਗਏ। ਹਾਜ਼ਰੀਨ ਸਰੋਤਿਆਂ ਨੇ ਮਸਕੀਨ ਜੀ ਦੇ ਹੱਕ ਵਿੱਚ ਤਾੜੀਆਂ ਵਜਾ ਦਿੱਤੀਆਂ। ਆਖਰ ਉਹ ਨਾਸਤਕ ਵੀ ਕਹਿਣ ਲੱਗਾ ਕਿ ਇਸ ਰੂਪ ਵਿੱਚ ਮੇਰਾ ਵੀ ਮਨ ਮੰਨਦਾ ਹੈ, ਪਰ ਜਿਹੜੇ ਰੱਬ ਬਾਰੇ ਕਹਿੰਦੇ ਨੇ ਕਿ ਸਤਵੇਂ ਅਸਮਾਨ ਜਾਂ ਪਤਾਲ ਵਿੱਚ ਹੈ, ਉਹਨਾਂ ਨਾਲ ਮੈਂ ਸਹਿਮਤ ਨਹੀਂ। ਉਂਝ ਕੋਈ ਸ਼ਕਤੀ ਤਾਂ ਹੈ ਜੋ ਸਾਰਾ ਪ੍ਰਬੰਧ ਚਲਾ ਰਹੀ ਹੈ। ਮਸਕੀਨ ਜੀ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਇਹੋ ਦਲੀਲ ਦਿੰਦੇ ਹਨ, ਪਿਤਾ ਕਾ ਜਨਮ ਕਿ ਜਾਣੈ ਪੂਤ, ਸਗਲ ਪਰੋਈ ਆਪਣੇ ਸੂਤ। ਉੱਥੇ ਮਸਕੀਨ ਜੀ ਨੇ ਕਥਾ ਕਰਦਿਆਂ ਇਹ ਵੀ ਦੱਸਿਆ ਕਿ ਪ੍ਰਿੰਸੀਪਲ ਗੰਗਾ ਸਿੰਘ ਜੀ, ਜਿਹੜੇ ਆਪਣੇ ਵਕਤ ਦੇ ਬਹੁਤ ਪ੍ਰਸਿੱਧ ਗਿਆਨਵਾਨ ਪੁਰਸ਼ ਸਨ, ਵਿਚਾਰ ਚਰਚਾ ਸੰਗਤਾਂ ਨਾਲ ਸਾਂਝੀ ਕਰਦੇ ਸਨ ਗੁਰਬਾਣੀ ਦੀ, ਉਹ ਵੀ ਇਹੋ ਹੀ ਦਲੀਲ ਦਿਆ ਕਰਦੇ ਸਨ ਜੋ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਲਿਖੀ ਹੋਈ ਹੈ। ਇੱਕ ਉਦਾਹਰਨ ਹੋਰ, ਇਸੇ ਤਰ੍ਹਾਂ ਇੱਕ ਹੋਰ ਅਸਥਾਨ ਤੇ ਕੁਝ ਅਖੌਤੀ ਸੰਨਿਆਸੀ ਅਤੇ ਤਿਆਗੀ ਮਹਾਤਮਾ ਇਕੱਠੇ ਹੋਏ। ਪ੍ਰਬੰਧਕਾਂ ਨੇ ਮਸਕੀਨ ਜੀ ਨੂੰ ਵੀ ਸੱਦਾ ਪੱਤਰ ਭੇਜਿਆ ਤਾਂ ਆਪ ਜੀ ਵੀ ਪਹੁੰਚੇ। ਇੱਕ ਬ੍ਰਹਮਚਾਰੀ ਅਖੌਤੀ ਤਿਆਗੀ ਮਸਕੀਨ ਜੀ ਨੂੰ ਕ੍ਰੋਧ ਭਰੀਆਂ ਨਜ਼ਰਾਂ ਨਾਲ ਵੇਖਣ ਲੱਗ ਪਿਆ ਵੀ ਇਸ ਗ੍ਰਸਤੀ ਨੂੰ ਕਿਉਂ ਇਸ ਸਮਾਗਮ ਵਿੱਚ ਬੁਲਾ ਲਿਆ ਹੈ। ਆਖਰ ਉਸ ਦੇ ਕ੍ਰੋਧ ਨੇ ਉਸ ਨੂੰ ਬੇਚੈਨ ਕਰ ਦਿੱਤਾ। ਪ੍ਰਬੰਧਕਾਂ ਨੂੰ ਖਿੱਚ ਕੇ ਆਖਣ ਲੱਗਾ ਕਿ ਇਸ ਸੰਮੇਲਨ ਅੰਦਰ ਇਸ ਗ੍ਰਸਤੀ ਨੂੰ ਕਿਉਂ ਬੁਲਾਇਆ ਹੈ। ਦਰਅਸਲ ਇਹਨਾਂ ਅਖੌਤੀ ਤਿਆਗੀਆਂ ਨੂੰ ਇੱਕ ਭਰਮ ਹੈ ਕਿ ਅਸੀਂ ਗ੍ਰਸਤੀਆਂ ਤੋਂ ਸ੍ਰੇਸ਼ਟ ਹਾਂ, ਇਹ ਤਾਂ ਬੰਧਨਾਂ ਵਿੱਚ ਪਏ ਹਨ ਤੇ ਅਸੀਂ ਆਜ਼ਾਦ ਹਾਂ। ਗ੍ਰਸਤੀਆਂ ਉੱਪਰ ਕੀਤੀ ਤਨਜ ਨੂੰ ਸੁਣ ਕੇ ਮਸਕੀਨ ਜੀ ਨੇ ਉਸ ਨੂੰ ਉੱਤਰ ਦਿੱਤਾ ਕਿ ਮਹਾਤਮਾ ਜੀ,
ਜਿਸ ਸ੍ਰੀ ਰਾਮਚੰਦਰ ਹੋਰਾਂ ਨੂੰ ਤੁਸੀਂ ਆਰਾਧਦੇ ਹੋ, ਗ੍ਰਸਤੀ ਤਾਂ ਉਹ ਵੀ ਹਨ। ਪਹਿਲਾਂ ਉਹਨਾਂ ਨਾਲੋਂ ਸੀਤਾ ਮਈਆ ਨੂੰ ਅਲੱਗ ਕਰੋ। ਗ੍ਰਸਤੀ ਤਾਂ ਸ਼ਿਵ ਜੀ ਵੀ ਹਨ, ਪਾਰਬਤੀ ਨੂੰ ਕਿਵੇਂ ਨਖੇੜੋਗੇ? ਸ੍ਰੀ ਕ੍ਰਿਸ਼ਨ ਵੀ ਗ੍ਰਸਤੀ ਹਨ। ਤੁਹਾਡੇ ਇਸ਼ਟ ਤਾਂ ਸਾਰੇ ਗ੍ਰਸਤੀ ਜੀਵਨ ਵਾਲੇ ਨੇ। ਇੰਨੇ ਚਿਰ ਨੂੰ ਇੱਕ ਸੰਨਿਆਸੀ ਉਸ ਬ੍ਰਹਮਚਾਰੀ ਸਾਧ ਨੂੰ ਕਹਿਣ ਲੱਗਾ ਕਿ ਤੈਨੂੰ ਆਖਿਆ ਸੀ ਕਿ ਸਰਦਾਰ ਜੀ ਨਾਲ ਪੰਗਾ ਨਾ ਲੈਣਾ। ਬ੍ਰਹਮਚਾਰੀ ਸਾਧ ਇਹ ਗੱਲਾਂ ਸੁਣ ਕੇ, ਮਸਕੀਨ ਜੀ ਦੀਆਂ ਦਲੀਲਾਂ ਸੁਣ ਕੇ ਨਰੁੱਤਰ ਹੋ ਗਿਆ ਤੇ ਉਸਨੇ ਨਿੰਮੋ ਝੂਣਾ ਜਿਹਾ ਬਣ ਕੇ ਬੈਠਣ ਵਿੱਚ ਹੀ ਭਲਾ ਜਾਣਿਆ। ਇਸ ਤਰ੍ਹਾਂ ਦੀਆਂ ਬਾਦਲੀਲ ਵਿਚਾਰ ਸ਼ੈਲੀ ਦੀ ਦਾਤ ਔਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਇਹ ਗਿਆਨ ਮਸਕੀਨ ਜੀ ਦੀ ਝੋਲੀ ਪਾਇਆ। ਹਰ ਥਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਵਡੱਤਣ ਅਤੇ ਗੁਰੂ ਪੰਥ ਦੀ ਮਹਾਨਤਾ ਪ੍ਰਗਟਾਈ। ਨਕਲੀ ਗੁਰੂਆਂ ਅਤੇ ਧਾਰਮਿਕ ਪਖੰਡੀਆਂ ਦੇ ਆਪ ਜੀ ਬਖੀਏ ਉਧੇੜ ਦਿਆ ਕਰਦੇ ਸਨ। ਬਿਨਾਂ ਕਿਸੇ ਦਬਾਓ ਦੇ ਗੁਰ ਸ਼ਬਦ ਦੀ ਬਰਕਤ ਨਾਲ ਸੱਚ ਸੁਣਾਈ ਸੀ। ਸੱਚ ਕੀ ਬੇਲਾ ਉੱਤੇ ਪਹਿਰਾ ਦਿੰਦੇ ਹੋਏ ਆਪ ਜੀ ਸੱਚੇ ਪਰਮਾਤਮਾ 'ਚ ਲੀਨ ਹੋ ਗਏ। ਮੇਰੇ ਇੱਕ ਮਿੱਤਰ ਨੇ ਦੱਸਿਆ ਕਿ ਮਸਕੀਨ ਜੀ ਦੇ ਅਕਾਲ ਚਲਾਣੇ ਦੀ ਖਬਰ ਸੁਣ ਕੇ ਉਸ ਨੂੰ ਇੱਕ ਨਾਮਧਾਰੀ ਸੱਜਣ ਸੇਜਲ ਅੱਖਾਂ ਨਾਲ ਮਿਲਿਆ। ਉਸ ਨੂੰ ਪੁੱਛਿਆ ਕਿ ਮਸਕੀਨ ਜੀ ਤਾਂ ਗੁਰੂ ਜੀ ਦੀ ਰੀਸ ਕਰਨ ਵਾਲਿਆਂ ਨੂੰ ਬੜੇ ਲੰਬੇ ਹੱਥੀ ਲਿਆ ਕਰਦੇ ਸਨ, ਤੁਹਾਡੇ ਨੇਤਰ ਕਿਉਂ ਭਰੇ ਹੋਏ ਨੇ? ਉਹ ਪੁਰਸ਼ ਆਖਣ ਲੱਗਾ, ਭਾਵੇਂ ਕੁਝ ਵੀ ਹੋਵੇ, ਮਸਕੀਨ ਜੀ ਗੱਲ ਬੜੀ ਗਹਿਰੀ ਕਰਦੇ ਸਨ ਧਰਮ ਦੀ। ਉਹਨਾਂ ਦੀ ਖੋਜ ਬਹੁਤ ਡੂੰਘੇਰੀ ਹੁੰਦੀ ਸੀ। ਉਹਨਾਂ ਨੂੰ ਸੁਣਦਿਆਂ ਸੁਰਤ ਰੂਹਾਨੀ ਮੰਡਲਾਂ ਦੀ ਤਾਰੀ ਲਾਉਣ ਲੱਗ ਪੈਂਦੀ ਸੀ। ਇਹ ਸੱਚਾਈ ਹੈ ਕਿ ਸਤਿਗੁਰ ਜੀ ਨੇ ਮਸਕੀਨ ਜੀ ਨੂੰ ਅਨੰਤ ਬਰਕਤਾਂ ਨਾਲ ਨਿਵਾਜਿਆ ਸੀ। ਉਹ ਜਿੱਧਰ ਵੀ ਜਾਂਦੇ ਸਨ, ਮਾਣ ਸਨਮਾਨ, ਸੋਭਾ ਸਤਿਕਾਰ, ਧਨ ਦੌਲਤ, ਪਦਾਰਥ, ਰਿੱਧੀਆਂ ਸਿੱਧੀਆਂ ਵਾਂਗ ਪਰਛਾਵੇਂ ਵਾਂਗ ਉਹਨਾਂ ਦੇ ਪਿੱਛੇ ਪਿੱਛੇ ਰਹਿੰਦੇ ਸਨ। ਹਰ ਮਨੁੱਖ ਨੂੰ ਮਹਿਸੂਸ ਹੁੰਦਾ ਕਿ ਮੇਰਾ ਪਿਆਰ ਮਸਕੀਨ ਜੀ ਨਾਲ ਬਹੁਤ ਹੈ, ਮੇਰਾ ਪਿਆਰ ਮਸਕੀਨ ਜੀ ਨਾਲ ਬੜਾ ਹੈ, ਜਦ ਕਿ ਮਸਕੀਨ ਜੀ ਦਾ ਪਿਆਰ ਸਾਰਿਆਂ ਨਾਲ ਸੀ। ਗੁਰੂ ਸਾਹਿਬ ਜੀ ਨੇ ਬਹੁਤ ਸੁੰਦਰ ਫਰਮਾਨ ਕੀਤਾ ਹੈ, ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ, ਦੂਰ ਪਰਾਇਓ ਮਨ ਕਾ ਬਿਰਹਾ, ਤਾਂ ਮੇਲ ਕੀਓ ਮੇਰਾ ਰਾਜਨ। ਅੰਮ੍ਰਿਤਮਈ ਬਾਣੀ ਦੇ ਅੰਮ੍ਰਿਤ ਰਸ ਨਾਲ ਭਰੀ ਹੋਈ ਇਸ ਮਹਾਨ ਹਸਤੀ ਦਾ ਰੱਬੀ ਸੱਦੇ ਅਨੁਸਾਰ ਪਰਮਾਤਮਾ ਦੇ ਪਾਸ ਚਲੇ ਜਾਣ ਕਾਰਨ ਇਸ ਸ਼ਖਸੀਅਤ ਦਾ ਵਿਅਕਤੀਗਤ ਵਿਛੋੜਾ ਸੰਗਤਾਂ ਲਈ ਅਸਹਿ ਬਣ ਗਿਆ। ਵੈਰਾਗ ਦੀਆਂ ਨਦੀਆਂ ਨੇ ਨੇਤਰਾਂ ਨੂੰ ਆਪਣਾ ਰਸਤਾ ਬਣਾਇਆ। ਟੈਲੀਵਿਜ਼ਨ ਤੋਂ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲਿਆਂ ਦੇ ਰਸਨਾ ਤੋਂ ਗਾਇਆ ਹੋਇਆ ਇਹ ਸ਼ਬਦ ਬਾਰ-ਬਾਰ ਸੁਣਾਇਆ ਜਾ ਰਿਹਾ ਸੀ। ਆਸਾ ਕਬੀਰ ਜੀ ਦਾ ਇਹ ਸ਼ਬਦ ਹੈ, ਬਾਬਾ ਬੋਲਤੇ ਤੇ ਕਹਾਂ ਗਏ, ਦੇਹੀ ਕੇ ਸੰਗ ਰਹਤੇ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਹਜੂਰੀ ਰਾਗੀਆਂ ਨੇ ਵੀ 3 ਦਿਨ ਉਹਨਾਂ ਪਾਵਨ ਸ਼ਬਦਾਂ ਨੂੰ ਗਾਇਆ, ਜਿਨ੍ਹਾਂ ਨੂੰ ਸੁਣਦਿਆਂ ਬਿਰਹਾ ਦੀ ਕਸਕ ਚਰਮ ਸੀਮਾ ਤੱਕ ਪਹੁੰਚ ਗਈ। ਵਾਹਿਗੁਰੂ ਜੀ ਵੱਲੋਂ ਬਣਾਏ ਹੋਏ ਚਲਾਏ ਮਾਨ ਵਰਤਾਰੇ ਅਨੁਸਾਰ ਮਸਕੀਨ ਜੀ ਦਾ ਅਕਾਲ ਚਲਾਣਾ ਇਸ ਤਰ੍ਹਾਂ ਮਹਿਸੂਸ ਕਰਾ ਰਿਹਾ ਸੀ ਜਿਵੇਂ ਸਾਰੀ ਫਿਜ਼ਾ ਵੀ ਗਮਜ਼ਦਾ ਹੋ ਗਈ ਹੋਵੇ। ਮੈਂ ਰੋਵੰਨੀ ਸਭ ਜਗ ਰੁੰਨਾ, ਰੁੰਨੜੇ ਵਣੋ ਪੰਖੇਰੂ, ਵਡਹੰਸ ਮਹਿਲਾ ਪਹਿਲਾ। ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਰੱਬੀ ਹੁਕਮ ਨੂੰ ਸੱਤ ਕਰਕੇ ਮੰਨਣ ਵਾਲੇ ਸ਼ਬਦਾਂ ਦਾ ਗਾਇਨ ਮਸਕੀਨ ਜੀ ਨੂੰ ਸੱਚੀ ਦਰਗਾਹ ਚੋਂ ਬਖਸ਼ਿਸ਼ ਦਾ ਸਿਰੋਪਾਓਂ ਭਾਵ ਸਰੋਪਾ ਮਿਲੇ ਹੋਣ ਦਾ ਪ੍ਰਤੱਖ ਪ੍ਰਮਾਣ ਹੈ। ਇੱਕ ਸਫਲ ਤੇ ਸੰਪੂਰਨ ਯਾਤਰਾ ਦੀ ਇਹੋ ਪਹਿਚਾਣ ਹੈ। ਕਿਉਂ ਕੂੰਟਾਂ ਅੰਦਰ ਸਤਿਗੁਰ ਜੀ ਦੀ ਵਡਿਆਈ ਅਤੇ ਮਹਿਮਾ ਨੂੰ ਜਣਾ ਕੇ ਆਪ ਗਾ ਕੇ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਮਸਕੀਨ ਜੀ ਪਹੁੰਚ ਗਏ। ਆਪ ਜੀ ਜੈਸੇ ਸਚਿਆਰਿਆਂ ਪ੍ਰਤੀ ਸਤਿਗੁਰ ਜੀ ਦਾ ਰਹਿਮਤ ਭਰਿਆ ਫਰਮਾਨ ਹੈ, ਐਸੇ ਜਨ ਵਿਰਲੇ ਸੰਸਾਰੇ, ਗੁਰ ਸ਼ਬਦ ਵਿਚਾਰੈ ਰਹਿ ਨਰਾਰੇ, ਆਪ ਤਰੈ ਸੰਗਤ ਕੁਲ ਤਾਰੈ, ਤਿਨ ਸਫਲ ਜਨਮ ਜਗ ਆਇਆ। ਮਾਰੂ ਮਹਿਲਾ ਪਹਿਲਾ। ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 1039 ਉੱਪਰ ਇਹ ਸ਼ਬਦ ਪ੍ਰਕਾਸ਼ਵਾਨ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।